Hello dear students, how are you all? Welcome to the session of class 11th chemistry subject, and you all know that we are doing chapter organic chemistry, some basic principles and techniques, and in this chapter we are doing topic electronic displacements. We know that there are basically four types of electronic displacement which are generally noticed in the mechanism of organic reactions, and these are inductive effect, electromeric effect, mesomeric effect, and hyperconjugation effect. In the previous videos we have learned about the inductive effect and electromeric effect. Today we will do the resonance or mesomeric effect. Okay, so what is mesomeric effect? Before studying about the mesomeric effect, first of all we should know the what is a resonance. And about resonance, we already learnt about the resonance in fourth chapter of this class. Okay, so what was resonance? Resonance was if a molecule can be assigned two or more structures, none of which is capable of describing all the known properties of compounds, then the actual structure is the intermediate or resonance hybrid of these structures. ਇਸ ਦਾ ਮਤਲਬ ਕੀ ਹੈ ਕਿ ਅਗਰ ਤੁਹਾਡੇ ਕੋਲ ਸਪੋਜ਼ ਅਸੀਂ ਇੱਕ ਇਹਨੂੰ ਸਮਝਣ ਲਈ ਐਗਜ਼ਾਮਪਲ ਲੈਂਦੇ ਆ, ਮੰਨ ਲਓ ਸਾਡੇ ਕੋਲ ਐਗਜ਼ਾਮਪਲ ਹੈ ਬੈਂਜ਼ੀਨ ਦੀ, ਠੀਕ ਹੈ, ਇਹ ਵੈਲ ਨੋਨ ਐਗਜ਼ਾਮਪਲ ਕੰਪਾਊਂਡ ਆਰਗੈਨਿਕ ਕੰਪਾਊਂਡ ਹੈ, ਇਹਦਾ ਨਾਮ ਹੁੰਦਾ ਹੈ ਬੱਚੇ ਬੈਂਜ਼ੀਨ ਦਾ ਸਟਰਕਚਰਲ ਫਾਰਮੂਲਾ ਜਿਹੜਾ ਹੈ ਮੋਲੀਕੂਲਰ ਫਾਰਮੂਲਾ ਹੁੰਦਾ ਹੈ C6H6 ਔਰ ਸਟਰਕਚਰਲ ਫਾਰਮੂਲਾ ਇਹਨੂੰ ਇਸ ਤਰ੍ਹਾਂ ਬਣਾਉਂਦੇ ਨੇ ਕਿ ਇਹਦੇ ਵਿੱਚ ਜਿਹੜੇ ਡਬਲ ਬੌਂਡ ਆ ਉਹ ਅਲਟਰਨੇਟਿਵ ਪੋਜੀਸ਼ਨ ਦੇ ਵਿੱਚ ਹੁੰਦੇ ਨੇ, ਡਬਲ ਬੌਂਡ ਸਿੰਗਲ ਬੌਂਡ ਡਬਲ ਬੌਂਡ ਸਿੰਗਲ ਬੌਂਡ ਡਬਲ ਬੌਂਡ ਸਿੰਗਲ ਬੌਂਡ। ਓਕੇ, ਅਗਰ ਬੱਚੇ ਮੈਂ ਇਹਦੇ ਡਬਲ ਬੌਂਡ ਇਸ ਤਰ੍ਹਾਂ ਬਣਾਏ ਨੇ ਇਸ ਬੈਂਜ਼ੀਨ ਦੇ ਵਿੱਚ, ਬਟ ਇਹਨੂੰ ਮੈਂ ਇਸ ਤਰ੍ਹਾਂ ਵੀ ਤਾਂ ਲਿਖ ਸਕਦਾ ਸੀ, ਠੀਕ ਹੈ, ਲਾਈਕ ਦਿਸ ਕੇ ਡਬਲ ਬੌਂਡ ਇੱਥੋਂ ਸ਼ੁਰੂ ਕਰ ਦਿੰਦੇ, ਜਿੱਥੇ ਸਿੰਗਲ ਬੌਂਡ ਹੈਗਾ ਇੱਥੇ ਡਬਲ ਬੌਂਡ ਸ਼ੁਰੂ ਕਰਤਾ, ਅਲਟਰਨੇਟਿਵ ਜਿਹੜੇ ਬੌਂਡ ਆ ਛੱਡ ਕੇ ਉੱਥੇ ਡਬਲ ਬੌਂਡ ਬਣਾਤੇ। ਇਟ ਮੀਨਸ ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਜਿਹੜਾ ਡਬਲ ਬੌਂਡ ਹੈ ਉਹ ਡਬਲ ਬੌਂਡ ਪੂਰੀ ਰਿੰਗ ਦੇ ਉੱਪਰ ਇਸ ਤਰ੍ਹਾਂ ਕੀ ਹੈਗਾ ਘੁੰਮ ਗਿਆ, ਜਿਸ ਕਰਕੇ ਇੱਥੇ ਅਸੀਂ ਦਾ ਸਰਕਲ ਲਗਾ ਦਿੰਦੇ, ਇਹਨੂੰ ਨਿਊਕਲੀਅਸ ਕਹਿੰਦੇ ਆ ਇਸ ਬੈਂਜ਼ੀਨ ਦਾ, ਠੀਕ ਹੈ, ਕੀ ਕਹਿੰਦੇ ਆ, ਨਿਊਕਲੀਅਸ। ਓਕੇ, ਤੋਂ ਐਕਚੁਅਲ ਵਿੱਚ ਇਹਦੀ ਜਸਟੀਫਿਕੇਸ਼ਨ ਕਿੱਦਾਂ ਗਈ ਦੇਖੋ, ਇਹਦੇ ਵਿੱਚ ਬੇਸਿਕਲੀ ਹੈ ਕਿ ਇੱਥੇ 6 ਕਾਰਬਨ ਆ ਲਾਈਕ ਦਿਸ, ਠੀਕ ਹੈ, 6 ਕਾਰਬਨਸ ਹੈਗੇ ਨੇ, ਠੀਕ ਹੈ, ਇਸ ਤਰ੍ਹਾਂ, ਔਰ ਅਲਟਰਨੇਟਿਵ ਕਾਰਬਨ ਦੇ ਉੱਪਰ ਕੀ ਆ ਡਬਲ ਬੌਂਡ ਆ, ਬਾਕੀ ਇੱਥੇ ਕੀ ਹੈਗੇ ਨੇ ਹਾਈਡਰੋਜਨ, ਠੀਕ, ਕਿਉਂਕਿ 4 ਵੈਲੈਂਸੀ ਕਾਰਬਨ ਦੀ ਹੁੰਦੀ ਹੈ, ਤਾਂ ਵੈਲੈਂਸੀ ਪੂਰੀ ਕਰਨ ਲਈ ਬਾਕੀ ਕੀ ਹੋਣਗੇ ਇੱਥੇ ਹਾਈਡਰੋਜਨ। ਓਕੇ, ਤੋ ਬੱਚਿਓ ਇਹਦੇ ਵਿੱਚ ਬੇਸਿਕਲੀ ਹੋਇਆ ਕਿ ਜਿਹੜਾ ਕਾਰਬਨ ਡਬਲ ਬੌਂਡ ਹੈ, ਠੀਕ ਹੈ, ਜਿਹੜੇ ਕਾਰਬਨ ਡਬਲ ਬੌਂਡ ਦੀ ਲੈਂਥ ਬੇਸਿਕਲੀ ਕਿੰਨੀ ਹੁੰਦੀ ਹੈ, ਬੌਂਡ ਲੈਂਥ ਹੁੰਦੀ ਹੈ 134 ਪਿਕੋਮੀਟਰ ਅਪਰੋਕਸੀਮੇਟਲੀ, ਠੀਕ ਹੈ, ਔਰ ਕਾਰਬਨ ਸਿੰਗਲ ਬੌਂਡ ਦੀ ਜਿਹੜੀ ਬੌਂਡ ਲੈਂਥ ਹੈਗੀ ਆ ਇਹ ਬੱਚੋ ਹੁੰਦੀ ਹੈ 154 ਪਿਕੋਮੀਟਰ, ਠੀਕ ਹੈ। ਇਹਦਾ ਮਤਲਬ ਜਿਹੜਾ ਇਹ ਮੋਲੀਕਿਊਲ ਹੈ, ਠੀਕ ਹੈ, ਇਹ ਮੋਲੀਕਿਊਲ ਦੇ ਵਿੱਚ ਕਾਰਬਨ ਡਬਲ ਬੌਂਡ ਤੇ ਕਾਰਬਨ ਸਿੰਗਲ ਬੌਂਡ ਦੀ ਵੀ ਬੌਂਡ ਲੈਂਥ ਜਿਹੜੀ ਇੰਨੀ ਆਣੀ ਚਾਹੀਦੀ ਸੀ, ਬਟ ਜਦੋਂ ਇਸ ਮੋਲੀਕਿਊਲ ਦੀ ਐਕਸ-ਰੇ ਸਟੱਡੀ ਦੇ ਨਾਲ ਇਹਦੀ ਬੌਂਡ ਲੈਂਥ ਜਿਹੜੀ ਆ ਮੇਜ਼ਰ ਕੀਤੀ ਤੇ ਉਹ ਬੱਚੇ ਅਪਰੋਕਸੀਮੇਟਲੀ ਕਿੰਨੀ ਆਈ 139 ਪਿਕੋਮੀਟਰ, ਠੀਕ ਹੈ। ਇਹਦਾ ਮਤਲਬ ਇਹਦੇ ਵਿੱਚ ਕੀ ਹੈ, ਇਹ ਵੈਲਿਊ ਇਹਨਾਂ ਦੋਨਾਂ ਦੀ ਇੰਟਰਮੀਡੀਏਟ ਵੈਲਿਊ ਆ ਗਈ, ਠੀਕ, ਕਿ ਜਿਹਦੇ ਵਿੱਚ ਡਬਲ ਬੌਂਡ ਜਿਹੜਾ ਆ ਉਹ ਇੱਕ ਜਗ੍ਹਾ ਤੇ ਕੀ ਹੈ ਫਿਕਸ ਨਹੀਂ ਹੈਗਾ, ਇਹਦੀ ਕੀ ਹੈ ਡੀਲੋਕਲਾਈਜ਼ਡ ਆ, ਠੀਕ ਹੈ, ਡੀਲੋਕਲਾਈਜ਼ਡ ਦਾ ਮਤਲਬ ਪੂਰੀ ਰਿੰਗ ਦੇ ਵਿੱਚ ਘੁੰਮਿਆ ਹੋਇਆ, ਜਿਹਦੇ ਕਰਕੇ ਅਸੀਂ ਇੱਥੇ ਕੀ ਹੈ ਸਰਕਲ ਲਗਾ ਦਿੱਤਾ, ਠੀਕ ਹੈ। ਤੋ ਇੱਥੇ ਹੋਈ ਕਿ ਇੱਥੇ ਬੱਚੋ ਬੇਸਿਕਲੀ ਪਾਈ ਇਲੈਕਟ੍ਰੋਨਸ ਦੀ ਮੂਵਮੈਂਟ ਹੋਈ ਆ, ਠੀਕ ਹੈ, ਔਰ ਇਸ ਸਟਰਕਚਰ ਨੂੰ ਕੀ ਕਹਿੰਦੇ ਆ, ਇਸ ਸਟਰਕਚਰ ਨੂੰ ਕਹਿੰਦੇ ਇਹ ਮੋਸਟ ਸਟੇਬਲ ਸਟਰਕਚਰ ਆ, ਇਹਦਾ ਨਾਮ ਹੁੰਦਾ ਹੈ ਰੈਜ਼ੋਨੈਂਸ ਹਾਈਬ੍ਰਿਡ ਸਟਰਕਚਰ, ਠੀਕ ਹੈ, ਹਾਈਬ੍ਰਿਡ ਸਟਰਕਚਰ। तो ਇਹ ਹੈਗਾ ਬੱਚੇ ਰੈਜ਼ੋਨੈਂਸ ਫਿਨੋਮੀਨਾ। ਓਕੇ, तो ਬੱਚੇ ਰੈਜ਼ੋਨੈਂਸ ਇਫੈਕਟ ਕੀ ਆ, ਇਸ ਨੂੰ ਸਮਝਣ ਲਈ ਅਸੀਂ ਇੱਕ ਹੋਰ ਐਗਜ਼ਾਮਪਲ ਲੈਂਦੇ ਆ। ਸਪੋਜ਼ ਸਾਡੇ ਕੋਲ ਇੱਥੇ ਹੈਗੇ ਆ ਐਸੀਟੇਟ ਆਇਨਸ, ਠੀਕ ਹੈ, ਕੀ ਹੈ ਐਸੀਟੇਟ ਆਇਨਸ, ਇੱਕ ਅਸੀਂ ਬੈਂਜ਼ੀਨ ਦੀ ਜਿਹੜੀ ਹੈ ਐਗਜ਼ਾਮਪਲ ਤਾਂ ਲੈ ਲਈ, ਹੁਣ ਅਸੀਂ ਐਸੀਟੇਟ ਆਇਨਸ ਦੀ ਜਿਹੜੀ ਹੈ ਐਗਜ਼ਾਮਪਲ ਲੈ ਲੈਣੇ, ਔਰ ਐਸੀਟੇਟ ਆਇਨ ਦਾ ਬੱਚੇ ਫਾਰਮੂਲਾ ਹੁੰਦਾ ਹੈ CH3COO1 ਨੈਗੇਟਿਵ, ਠੀਕ ਹੈ। ਤੋ ਇਹਨੂੰ ਬੱਚੇ ਬਣਾਵਾਂਗੇ ਕਿਸ ਤਰ੍ਹਾਂ, ਦੇਖੋ ਕਾਰਬਨ ਦੇ ਨਾਲ 3 ਹਾਈਡਰੋਜਨ ਤੇ ਉਸ ਤੋਂ ਬਾਅਦ ਇੱਥੇ ਕਾਰਬਨ ਹੈ, ਠੀਕ ਹੈ, ਇਸ ਕਾਰਬਨ ਦੇ ਨਾਲ ਕੀ ਹੈ ਇੱਥੇ ਡਬਲ ਬੌਂਡ O, ਔਰ ਇਸ ਸਾਈਡ ਕੀ ਹੋਏਗਾ ਇਸ ਤਰ੍ਹਾਂ ਆਕਸੀਜਨ, ਜੇ ਤੇ ਹੋਏਗਾ ਨੈਗੇਟਿਵ ਚਾਰਜ, ਮਤਲਬ ਇੱਕ ਆਕਸੀਜਨ ਤੇ ਨੈਗੇਟਿਵ ਚਾਰਜ ਹੈ, ਇੱਕ ਕਾਰਬਨ ਦੇ ਨਾਲ ਜਿਹੜੀ ਆਕਸੀਜਨ ਆ ਵਿਦ ਡਬਲ ਬੌਂਡ ਲੱਗੀ ਹੋਈ ਆ, ਠੀਕ ਹੈ। ਤੇ ਪਿਆਰੇ ਵਿਦਿਆਰਥੀਓ ਇਹਦੇ ਵਿੱਚ ਹੁਣ ਕੀ ਹੋਣਾ, ਦੇਖੋ ਇਸ ਆਕਸੀਜਨ ਦੇ ਕੋਲ ਇਹ ਪਾਈ ਇਲੈਕਟ੍ਰੋਨਸ ਹੈਗੇ ਆ, ਠੀਕ ਹੈ, ਇਹ ਪਾਈ ਇਲੈਕਟ੍ਰੋਨ ਦੀ ਮੂਵਮੈਂਟ, ਕਿਉਂਕਿ ਆਕਸੀਜਨ ਜਿਹੜਾ ਆ ਇਹ ਇਲੈਕਟ੍ਰੋਨੈਗੇਟਿਵ ਐਲੀਮੈਂਟ ਆ, ਜਿਸ ਕਰਕੇ ਇਹ ਵੀ ਇਲੈਕਟ੍ਰੋਨ ਨੂੰ ਆਪਣੀ ਤਰਫ ਖਿੱਚੇਗਾ, ਠੀਕ, ਜਦੋਂ ਇਹਨੇ ਇਲੈਕਟ੍ਰੋਨ ਇਸ ਤਰ੍ਹਾਂ ਆਪਣੀ ਤਰਫ ਖਿੱਚਣੇ ਆ ਤੋ
ऑब्वियस आ इत्थे की होएगा, इस कार्बन का जिहड़ा ये डबल बॉन्ड है वो सिंगल बॉन्ड च बदल जाएगा, ठीक है। तो पाई इलैक्ट्रॉन की मूवमेंट जिहड़ी आ वो इस डायरैक्शन इस ऑक्सीजन वाल हो जाएगी, जिहदे करके इस ऑक्सीजन ते आ जाएगा नैगेटिव चार्ज, ठीक है। पर ਇੱਥੇ ਇਹ ਕਾਰਬਨ ਦੇ ਨਾਲ ਆਲਰੇਡੀ ਆਕਸੀਜਨ ਦੇ ਨਾਲ ਇੱਥੇ ਕਾਰਬਨ ਔਰ ਆਕਸੀਜਨ ਦੇ ਵਿੱਚ ਡਬਲ ਬੌਂਡ ਸਿੰਗਲ ਬੌਂਡ ਹੈ, ਠੀਕ ਹੈ। ਇਹਦਾ ਮਤਲਬ ਇਹਦੇ ਇਹ ਲੋਨ ਪੇਅਰ ਜਿਹੜੇ ਆ ਇਹਦੀ ਟੈਂਡੈਂਸੀ ਕੀ ਹੋਏਗੀ, ਇਹ ਇਸ ਕਾਰਬਨ ਵੱਲ ਜਾਣਗੇ, ਮਤਲਬ ਇਹ ਕਾਰਬਨ ਆਕਸੀਜਨ ਦੇ ਵਿੱਚ, ਠੀਕ ਹੈ। ਇੱਥੇ ਡਬਲ ਬੌਂਡ ਆ ਜਾਏਗਾ, ਓਕੇ। ਤੋ ਬੱਚੇ ਇੱਥੇ ਬੇਸਿਕਲੀ ਹੋਇਆ ਕਿ ਪਾਈ ਇਲੈਕਟ੍ਰੋਨਸ ਦੀ ਇੰਟਰੈਕਸ਼ਨ ਜਿਹੜੀ ਆ, ਮਤਲਬ ਪਾਈ ਇਲੈਕਟ੍ਰੋਨਸ ਜਿਹੜੇ ਆ ਉਹ ਤੇ ਇਧਰੋਂ ਲੋਨ ਪੇਅਰ ਜਿਹੜੇ ਆ ਇਹ ਕੀ ਆ, ਇਹਨਾਂ ਦੀ ਮੂਵਮੈਂਟ ਹੋ ਰਹੀ ਆ, ਠੀਕ ਹੈ, ਸਾਈਮਲਟੇਨੀਅਸਲੀ, ਓਕੇ। ਤੋ ਬੱਚੇ ਇਹ ਕੀ ਹੈ, ਇਹਨੂੰ ਅਸੀਂ ਕੀ ਹੈ ਰੈਜ਼ੋਨੈਂਸ ਸਟਰਕਚਰਸ ਕਹਾਂਗੇ ਇਹਦੀਆਂ, ਠੀਕ ਹੈ। ਇਹ ਦੋਨੋਂ ਕੀ ਹੋ ਗਈਆਂ, ਇਹ ਕੀ ਹੈ ਕੰਟਰੀਬਿਊਟਿੰਗ ਰੈਜ਼ੋਨੇਟਿੰਗ ਸਟਰਕਚਰਸ, ਠੀਕ ਹੈ, ਕੰਟਰੀਬਿਊਟਿੰਗ ਰੈਜ਼ੋਨੇਟਿੰਗ ਸਟਰਕਚਰਸ, ਓਕੇ। ਔਰ ਇਹਦੀ ਐਕਚੁਅਲ ਸਟਰਕਚਰ ਜਿਹੜੀ ਆ ਉਹ ਕੀ ਹੋਈ ਕਿ ਜਿਹਦੇ ਵਿੱਚ ਪਾਈ ਇਲੈਕਟ੍ਰੋਨਸ ਜਿਹੜੇ ਆ ਉਹ ਇੱਕ ਜਗ੍ਹਾ ਤੇ ਨਹੀਂ ਹੈ, ਉਹ ਪੂਰੇ ਮੋਲੀਕਿਊਲ ਦੇ ਉੱਪਰ ਗਿਆ ਇਸ ਤਰ੍ਹਾਂ ਘੁੰਮੇ ਹੋਏ ਨੇ। ਇਹਨੂੰ ਬੱਚੇ ਦੀ ਰੈਜ਼ੋਨੈਂਸ ਹਾਈਬ੍ਰਿਡ ਸਟਰਕਚਰ ਕਹਾਂਗੇ, ਠੀਕ ਹੈ। ਇਹ ਕੀ ਹੋਗੀ ਹਾਈਬ੍ਰਿਡ ਸਟਰਕਚਰ, ਓਕੇ। ਤੋ ਇਹ ਬੱਚੇ ਦੀ ਰੈਜ਼ੋਨੈਂਸ ਹਾਈਬ੍ਰਿਡ ਸਟਰਕਚਰ ਆ। ਆਓ ਹੁਣ ਬੱਚੇ ਇਹਨਾਂ ਦੀ ਰੈਜ਼ੋਨੈਂਸ ਇਫੈਕਟ ਦੀ ਸਭ ਤੋਂ ਪਹਿਲਾਂ ਤੇ ਦੇਖੋ ਇੱਥੋਂ ਹੁਣ ਅਸੀਂ ਕੀ ਰਿਵੀਲ ਕਰਦੇ ਹਾਂ, ਇਹਦੀ ਡੈਫੀਨੇਸ਼ਨ ਪੜ੍ਹਦੇ ਕਿ ਰੈਜ਼ੋਨੈਂਸ ਇਫੈਕਟ ਬੇਸਿਕਲੀ ਕੀ ਹੈ, ਇਸ ਦੀ ਪੋਲੈਰਿਟੀ, ਇਹ ਕੀ ਹੈ ਇੱਕ ਪੋਲੈਰਿਟੀ ਆ ਵਿਚ ਇਜ਼ ਪ੍ਰੋਡਿਊਸਡ ਇਨ ਏ ਮੋਲੀਕਿਊਲ ਬਾਈ ਦੀ ਇੰਟਰੈਕਸ਼ਨ ਆਫ ਟੂ ਪਾਈ ਬੌਂਡਸ, ਠੀਕ ਹੈ। ਦੇਖੋ ਪਹਿਲੇ ਕੇਸ ਦੇ ਵਿੱਚ ਕੀ ਹੋਇਆ, ਇੱਥੇ ਦੋ ਪਾਈ ਬੌਂਡ ਜਿਹੜੇ ਸੀਗੇ ਉਹਨਾਂ ਦੀ ਇੰਟਰੈਕਸ਼ਨ ਹੋਈ, ਠੀਕ, ਉਹਨਾਂ ਦੀ ਮੂਵਮੈਂਟ ਜਿਹੜੀ ਆ ਹੋ ਰਹੀ, ਠੀਕ ਹੈ। ਔਰ ਬਿਟਵੀਨ ਏ ਪਾਈ ਬੌਂਡ ਐਂਡ ਏ ਵਨ ਲੋਨ ਪੇਅਰ, ਜਿਹੜਾ ਕਿ ਕੇਸ ਬੱਚੇ ਇਹ ਵਾਲਾ ਹੋਇਆ, ਠੀਕ ਹੈ। ਇਸ ਕੇਸ ਦੇ ਵਿੱਚ ਓਕੇ, ਇਸ ਵਿੱਚ ਪਾਈ ਇਲੈਕਟ੍ਰੋਨਸ ਤੇ ਔਰ ਲੋਨ ਪੇਅਰ ਦੀ ਇੰਟਰੈਕਸ਼ਨ ਹੋ ਰਹੀ ਹੈ, ਠੀਕ ਹੈ। ਪ੍ਰੈਜ਼ੈਂਟ ਔਨ ਏ ਐਡਜੇਸੈਂਟ ਐਟਮਸ, ਠੀਕ ਹੈ, ਪ੍ਰੈਜ਼ੈਂਟ ਔਨ ਐਡਜੇਸੈਂਟ ਐਟਮਸ ਐਂਡ ਦਿਸ ਇਫੈਕਟ ਇਜ਼ ਟ੍ਰਾਂਸਮਿਟਡ ਥਰੂ ਦੀ ਚੇਨ, ਠੀਕ ਹੈ। ਚੇਨ ਦੇ ਥਰੂ ਹੀ ਜਿਹੜੀ ਹੈ ਟ੍ਰਾਂਸਮਿਟ ਹੁੰਦਾ ਹੈ ਐਂਡ ਇਟ ਇਜ਼ ਵੈਰੀ ਸਿਗਨੀਫਿਕੈਂਟ ਇਨ ਕੇਸ ਆਫ conjugated system। conjugate ਦਾ ਸਿਸਟਮ ਦਾ ਮਤਲਬ ਹੁੰਦਾ ਹੈ ਜਿਹਦੇ ਵਿੱਚ ਜਿਹੜੇ ਸਿੰਗਲ ਬੌਂਡ ਆ ਤੇ ਡਬਲ ਬੌਂਡ ਆ ਐਡਜੇਸੈਂਟ ਕਾਰਬਨਸ ਦੇ ਉੱਪਰ ਹੋਣਗੇ, ਠੀਕ ਹੈ, ਮੋਲੀਕਿਊਲਸ ਦੇ ਵਿੱਚ। ਜਿੱਦਾਂ ਇਹ ਕਾਰਬਨ ਹੈ, ਕਾਰਬਨ ਤੇ ਅਗਲਾ ਜਿਹੜਾ ਐਲੀਮੈਂਟ ਆ ਉਸ ਦੇ ਵਿੱਚ ਇਹ ਕਾਰਬਨ ਚ ਡਬਲ ਬੌਂਡ ਹੈ, ਉਸ ਤੋਂ ਬਾਅਦ ਕਾਰਬਨ ਚ ਸਿੰਗਲ ਬੌਂਡ, ਫਿਰ ਕਾਰਬਨ ਚ ਡਬਲ ਬੌਂਡ, ਕਾਰਬਨ ਚ ਸਿੰਗਲ ਬੌਂਡ, ਕਾਰਬਨ ਚ ਡਬਲ ਬੌਂਡ। ਇਹਨੂੰ ਬੱਚੇ ਕਹਿੰਦੇ ਆ conjugated system, ਠੀਕ ਹੈ। ਅਲਟਰਨੇਟਿਵ ਪੋਜੀਸ਼ਨ ਦੇ ਉੱਪਰ ਜਦੋਂ ਡਬਲ ਬੌਂਡ ਸਿੰਗਲ ਬੌਂਡ ਹੁੰਦੇ ਨੇ, ਠੀਕ ਹੈ, ਜਾਂ ਪਾਈ ਇਲੈਕਟ੍ਰੋਨਸ ਤੇ ਸਿਗਮਾ ਇਲੈਕਟ੍ਰੋਨਸ ਹੁੰਦੇ ਨੇ, ਠੀਕ। ਉਸ ਤੋਂ ਬਾਅਦ ਵਿੱਚ ਇਹ ਹੈਗਾ ਦੀ ਇਲੈਕਟ੍ਰੋਨ ਫਲੋ ਫਰੋਮ ਵਨ ਪਾਰਟ ਆਫ ਦੀ ਸਿਸਟਮ ਟੂ ਦੀ ਅਦਰ ਪਾਰਟ ਡਿਊ ਟੂ ਰੈਜ਼ੋਨੈਂਸ ਕਰਕੇ ਇਲੈਕਟ੍ਰੋਨ ਜਿਹੜੇ ਆ ਇੱਕ ਪਾਰਟ ਤੋਂ ਦੂਸਰੇ ਪਾਰਟ ਵੱਲ ਸਿਸਟਮ ਦੇ ਵਿੱਚ ਮੂਵ ਕਰਦੇ ਨੇ, ਓਕੇ ਬੱਚਿਓ। ਤੇ ਉਸ ਤੋਂ ਬਾਅਦ ਵਿੱਚ ਹੁਣ ਹੈਗਾ ਟਾਈਪਸ ਆਫ ਰੈਜ਼ੋਨੈਂਸ ਇਫੈਕਟ। ਰੈਜ਼ੋਨੈਂਸ ਇਫੈਕਟ ਵੀ ਵਿੱਚ ਦੋ ਟਾਈਪ ਦਾ ਹੁੰਦਾ, ਠੀਕ ਹੈ, ਯਾਦ ਰੱਖਣਾ, ਠੀਕ। ਜਿੱਦਾਂ ਇੰਡਕਟਿਵ ਇਫੈਕਟ ਤੇ ਇਲੈਕਟ੍ਰੋਮੈਗਨੈਟਿਕ ਇਫੈਕਟ ਵੀ ਦੋ ਟਾਈਪ ਦੇ ਸੀ, ਇੱਦਾਂ ਵਿੱਚ ਰੈਜ਼ੋਨੈਂਸ ਇਫੈਕਟ ਵੀ ਦੋ ਟਾਈਪ ਦੇ ਹੁੰਦੇ ਨੇ। ਇੱਕ ਹੁੰਦਾ ਹੈ ਪਲੱਸ ਆਰ ਇਫੈਕਟ, ਜਾਂ ਇਹਨੂੰ ਪਲੱਸ ਐਮ ਇਫੈਕਟ ਵੀ ਕਹਿੰਦੇ, ਕਿਉਂਕਿ ਮੀਜ਼ੋਮੈਰਿਕ ਇਫੈਕਟ ਵੀ ਕਹਿੰਦੇ ਆ। ਤੇ ਰੈਜ਼ੋਨੈਂਸ ਇਫੈਕਟ ਵੀ ਜਿਹੜਾ ਦੂਸਰਾ ਟਾਈਪ ਦਾ ਕੀ ਹੈ, ਮਾਈਨਸ ਆਰ ਇਫੈਕਟ ਜਾਂ ਫਿਰ ਮਾਈਨਸ ਐਮ ਇਫੈਕਟ, ਓਕੇ, ਮਾਈਨਸ ਐਮ ਇਫੈਕਟ, ਓਕੇ। ਤੇ ਬੱਚੇ ਪਲੱਸ ਆਰ ਇਫੈਕਟ ਦਾ ਮਤਲਬ ਹੁੰਦਾ ਹੈ ਪੋਜ਼ਿਟਿਵ ਰੈਜ਼ੋਨੈਂਸ ਇਫੈਕਟ, ਠੀਕ ਹੈ। ਕੀ ਹੁੰਦਾ ਹੈ ਪੋਜ਼ਿਟਿਵ ਰੈਜ਼ੋਨੈਂਸ ਇਫੈਕਟ, ਮਤਲਬ ਪਲੱਸ ਆਰ ਇਫੈਕਟ, ਠੀਕ ਹੈ। ਔਰ ਇਹ ਪਲੱਸ ਆਰ ਇਫੈਕਟ ਹੁੰਦਾ ਕਦੋਂ ਹੈ ਬੱਚੇ, ਯਾਦ ਰੱਖਣਾ ਕਿ ਜਦੋਂ ਵੀ ਕਿਸੇ ਗਰੁੱਪ ਦੇ ਨਾਲ ਕੋਈ ਸਬਸਟੀਟਿਊਐਂਟ ਲੱਗਾ ਆ ਜਿਹਦੀ ਟੈਂਡੈਂਸੀ ਹੁੰਦੀ ਆ ਇਲੈਕਟ੍ਰੋਨ ਡੋਨੇਟ ਕਰਨ ਦੀ, ਠੀਕ ਹੈ, ਇਲੈਕਟ੍ਰੋਨ ਡੋਨੇਟ ਕਰਨ ਦੀ ਟੂ ਦੀ ਡਬਲ ਬੌਂਡ ਔਰ ਕੰਜੂਗੇਟਡ ਸਿਸਟਮ, ਠੀਕ ਹੈ। ਉਸ ਨੂੰ ਬੱਚੇ ਕੀ ਕਹਿੰਦੇ ਆ ਪੋਜ਼ਿਟਿਵ ਰੈਜ਼ੋਨੈਂਸ ਇਫੈਕਟ। ਇਹਨੂੰ ਸਮਝਣ ਲਈ ਬੱਚੇ ਅਸੀਂ ਇੱਕ ਐਗਜ਼ਾਮਪਲ ਲੈਂਦੇ ਆ। ਮੰਨ ਲਓ ਸਾਡੀ ਕੋਈ ਐਗਜ਼ਾਮਪਲ ਹੈਗੀ ਆ ਵਿਨਾਈਲ ਕਲੋਰਾਈਡ ਦੀ, ਠੀਕ ਹੈ, ਕਿਹਦੀ, ਵਿਨਾਈਲ ਕਲੋਰਾਈਡ। ਔਰ ਵਿਨਾਈਲ ਕਲੋਰਾਈਡ ਦਾ ਬੱਚੇ ਫਾਰਮੂਲਾ, ਇਹ ਵਿਨਾਈਲ ਗਰੁੱਪ ਹੈ, ਕਲੋਰਾਈਡ ਦਾ ਮਤਲਬ ਹੁੰਦਾ ਇਹਦੇ ਨਾਲ Cl ਗਰੁੱਪ ਲੱਗ ਗਿਆ, ਠੀਕ ਹੈ। ਵਿਨਾਈਲ ਗਰੁੱਪ ਹੁੰਦਾ ਡਬਲ ਬੌਂਡ ਦੇ ਵਾਲੀ ਕਾਰਬਨ ਦੇ ਨਾਲ ਹੀ ਸਬਸਟੀਟਿਊਐਂਟ ਜਿਹੜਾ ਉਹ ਲੱਗਾ ਹੁੰਦਾ। ਇੱਥੇ ਸਬਸਟੀਟਿਊਐਂਟ ਕਿਹੜਾ ਹੈ, ਕਲੋਰੀਨ। ਤੇ ਬੱਚਿਓ ਇਸ ਕਲੋਰੀਨ ਦੇ ਕੋਲ ਸਾਰੇ ਬੱਚਿਆਂ ਨੂੰ ਪਤਾ ਹੈ ਇਹਦੇ ਕੋਲ 6 ਇਲੈਕਟ੍ਰੋਨਸ ਹੁੰਦੇ ਨੇ, ਮਤਲਬ 3 ਲੋਨ ਪੇਅਰ ਹੁੰਦੇ ਨੇ, ਠੀਕ ਹੈ। ਤੋ ਇਹਦੇ ਵਿੱਚ ਹੁੰਦਾ ਕੀ ਹੈ, ਹੁਣ ਇੱਥੇ ਕਾਰਬਨ ਦੀ ਜਿਹਦੇ ਤੇ ਡਬਲ ਬੌਂਡ ਆ ਜਾਂਦਾ ਉਹਦੀ ਇਲੈਕਟ੍ਰੋਨ ਐਕਟੀਵਿਟੀ ਵਿੱਚ ਜ਼ਿਆਦਾ ਹੁੰਦੀ ਹੈ, ਠੀਕ ਹੈ, ਕਿਉਂਕਿ ਇੱਥੇ ਐਸ ਕਰੈਕਟਰ ਇਹਦਾ ਜ਼ਿਆਦਾ ਹੁੰਦਾ ਹੈ, ਠੀਕ। ਜੋ ਇਲੈਕਟ੍ਰੋਨ ਐਕਟੀਵਿਟੀ ਜ਼ਿਆਦਾ ਹੋਣ ਕਰਕੇ ਇੱਥੇ ਹੁੰਦਾ ਕੀ ਹੈ, ਇਹਦੇ ਇਲੈਕਟ੍ਰੋਨ ਜਿਹੜੇ ਇਦਾਂ ਸ਼ਿਫਟਿੰਗ ਹੋ ਜਾਂਦੀ, ਠੀਕ ਹੈ, ਕਾਰਬਨ ਵੱਲ। ਔਰ ਆਹ ਲੋਨ ਪੇਅਰ ਜਿਹੜੇ ਆ ਇਹ ਫਿਰ ਇੱਧਰ ਸ਼ਿਫਟ ਕਰ ਜਾਂਦੇ ਇਸ ਕਾਰਬਨ ਵੱਲ, ਕਿਉਂਕਿ ਇਸ ਕਾਰਬਨ ਦੇ ਉੱਪਰ ਕੀ ਹੈ ਪੋਜ਼ਿਟਿਵ ਚਾਰਜ ਹੈ ਨਾ, ਉਹਨੂੰ ਪੋਜ਼ਿਟਿਵ ਨੂੰ ਚਾਰਜ ਨੂੰ ਨਲੀਫਾਈ ਕਰਨ ਲਈ ਇਹ ਇਲੈਕਟ੍ਰੋਨ ਇੱਧਰ ਸ਼ਿਫਟ ਕਰ ਜਾਂਦੇ ਆ, ਠੀਕ ਹੈ। ਤੋ ਜਿਹਦੇ ਕਰਕੇ ਇਹਦੀ ਰੈਜ਼ੋਨੈਂਸ ਜਿਹੜੀ ਦੂਸਰੀ ਸਟਰਕਚਰ ਆ ਉਹ ਕਿਸ ਤਰ੍ਹਾਂ ਬਣਦੀ ਹੈ, ਇਹ ਇਲੈਕਟ੍ਰੋਨ ਇੱਧਰ ਆ ਗਏ ਤੇ ਨੈਗੇਟਿਵ ਚਾਰਜ ਆ ਗਿਆ। ਉਸ ਤੋਂ ਬਾਅਦ ਇੱਥੇ ਕੀ ਹੈਗਾ, ਡਬਲ ਬੌਂਡ ਆ ਜਾਏਗਾ, ਠੀਕ ਹੈ। ਕੀ ਆ ਜਾਏਗਾ,
डबल बॉन्ड। ठीक, जो डबल बॉन्ड आएगा तो क्लोरीन ते ऑटोमैटिकली की आ जाना पॉजिटिव चार्ज। ठीक है, और ये दो जोड़े आ लोन पेयर इस तरह आएंगे। तो इत्थे की हैगा, इत्थे जिहड़ा सबस्टीट्यूएंट लगा है ਉਹਦੀ टेंडेंसी की हुई इलैक्ट्रॉन डोनेट करन दी। ठीक है, चेन नूं की है डोनेट कर दिते, इस करके ये बच्चे प्लस आर इफेक्ट हो गया। ठीक है, की हो गया प्लस आर इफेक्ट। ओके, तो बच्चों किहड़े-किहड़े एलीमेंट हैगे ने जिहड़े प्लस आर इफेक्ट शो करदे ने, आओ इन्हां बारे भी पढ़ लैंदे आ। देखो, अगर इस सबस्टीट्यूएंट की गल करनी, किहड़े-किहड़े सबस्टीट्यूएंट होण जिहड़े कि प्लस आर इफेक्ट करदे ने, ਉਹ बच्चे सबस्टीट्यूट नोट कर लो सारे बच्चे, ये बड़े इंपॉर्टेंट है, सारे बच्चों को पता होना चाहिए। ठीक है, तो किहड़े-किहड़े सबस्टीट्यूट है, पहला सबस्टीट्यूट हैगा बच्चे OH ग्रुप। ठीक है, ठीक, उस तो बाद दूसरा ग्रुप हैगा OR ग्रुप। ये सारे बच्चों ने याद रखना है। ठीक है, इदां ही बच्चे NH2 ग्रुप, इसी तरह बच्चे NR2 ग्रुप। ठीक, सिमिलरली ਇਹਦੇ ਵਿੱਚ ਹੈਲੋਜਨਸ ਜਿੰਨੀਆਂ ਵੀ ਹੈਲੋਜਨਸ ਨੇ, ਠੀਕ ਹੈ, ਉਹ ਵੀ ਕੀ ਆ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਹੀ ਹੁੰਦਾ, ਯਾਦ ਰੱਖਿਓ। ਠੀਕ, ਉਸ ਤੋਂ ਬਾਅਦ ਇਹ ਸਾਰੇ ਬੱਚੇ ਜਿਹੜੇ ਗਰੁੱਪ ਹੈਗੇ ਨੇ ਇਹ ਕੀ ਸ਼ੋ ਕਰਦੇ ਨੇ, ਪਲੱਸ ਆਰ ਇਫੈਕਟ ਸ਼ੋ ਕਰਦੇ ਨੇ। ਸਾਰੇ ਬੱਚਿਆਂ ਨੇ ਯਾਦ ਰੱਖਣਾ। ਹੈਲੋਜਨਸ ਬੱਚੇ ਕਿਹੜੀਆਂ-ਕਿਹੜੀਆਂ ਨੇ, ਦੇਖੋ ਇਹ ਵੀ ਨੋਟ ਕਰ ਲਓ। ਹੈਲੋਜਨ ਦੇ ਵਿੱਚ ਇੱਕ ਤਾਂ ਕਲੋਰੀਨ ਆ ਗਈ, ਉਸ ਤੋਂ ਬਾਅਦ ਇਦਾਂ ਹੀ ਬ੍ਰੋਮੀਨ ਤੇ ਇਦਾਂ ਹੀ ਬੱਚੇ ਆਇਓਡੀਨ। ਠੀਕ ਹੈ, तो ये एलीमेंट ਜਿਹੜੇ ਨੇ ਇਦਾਂ ਦੇ एलीमेंट ਇਹ ਸਾਰੇ प्लस आर इफेक्ट शो ਕਰਦੇ ਨੇ। ठीक, ਇਸੇ ਤਰ੍ਹਾਂ ਬੱਚੇ ਹੁਣ ਅਸੀਂ ਇੱਕ एग्जांपल ਹੋਰ ਲੈ ਕੇ ਇੱਥੇ ਗੱਲ ਕਰਦੇ ਹਾਂ। ਦੇਖੋ ਹੁਣੇ ਤੁਹਾਨੂੰ ਦੱਸ ਕੇ ਹਟੇ ਕਿ ਜਿਹੜਾ OH ਗਰੁੱਪ ਹੈ ਇਹ ਕੀ ਹੈ, प्लस आर इफेक्ट शो करता है। ਕਦੋਂ ਕਰਦਾ ਹੈ, ਮੰਨ ਲਓ ਇਹਨੂੰ ਅਸੀਂ ਬੈਂਜ਼ੀਨ ਦੇ ਨਾਲ ਲਗਾ ਦਿੰਦੇ ਹਾਂ। ठीक है, ਕਿਹਦੇ ਨਾਲ, ਬੈਂਜ਼ੀਨ ਦੇ ਨਾਲ। ठीक, तो ਬੈਂਜ਼ੀਨ ਨਾਲ ਕਿੱਦਾਂ ਲੱਗੇਗਾ, ਇਹ ਬੈਂਜ਼ੀਨ ਹੈ और ਬੈਂਜ਼ੀਨ ਦੇ ਨਾਲ ਇਹ OH ਗਰੁੱਪ ਇਸ ਤਰ੍ਹਾਂ ਲੱਗੇਗਾ। ਇੱਥੇ ਕੀ ਹੈ, ਇਸ ਤਰ੍ਹਾਂ ਦੋ ਕੀ ਹੈ ਲੋਨ ਪੇਅਰ ਆਣਗੇ। ਠੀਕ ਹੈ, ਹੁਣ ਬੀਇੰਗ ਡਬਲ ਬੌਂਡ ਆ ਜਿਹੜਾ ਕਾਰਬਨ ਹੈਗੀ ਆ ਇਹ ਜ਼ਿਆਦਾ ਇਲੈਕਟ੍ਰੋਨੈਗੇਟਿਵ ਆ, ਔਰ ਇਸ ਲੋਨ ਪੇਅਰ ਨੇ, ਇਹ ਲੋਨ ਪੇਅਰ ਜਿਹੜੇ ਆ ਇਹ ਇਸ ਸਾਈਡ ਸ਼ਿਫਟ ਕਰਨਗੇ, ਔਰ ਜਿਹੜੇ ਪਾਈ ਇਲੈਕਟ੍ਰੋਨਸ ਹੈਗੇ ਆ ਇਹ ਇਸ ਕਾਰਬਨ ਦੇ ਉੱਪਰ ਸ਼ਿਫਟ ਕਰ ਜਾਣਗੇ। ਠੀਕ, ਜਦੋਂ ਇਹ ਸ਼ਿਫਟਿੰਗ ਹੋਏਗੀ ਤਾਂ ਬੱਚੇ ਇੱਥੇ ਇਲੈਕਟ੍ਰੋਨ ਦੀ ਮੂਵਮੈਂਟ ਹੋਣੀ ਸ਼ੁਰੂ ਹੋ ਗਈ। ਠੀਕ ਹੈ, तो इलैक्ट्रॉन मूव ਕੀਤੇ ਤਾਂ ਇਸ ਕਾਰਬਨ ਔਰ ਆਕਸੀਜਨ ਵਿੱਚ ਡਬਲ ਬੌਂਡ ਆ ਗਿਆ। ਓਕੇ, ਤੇ ਆਕਸੀਜਨ ਦੇ ਉੱਪਰ ਆ ਜਾਣਾ ਪੋਜ਼ਿਟਿਵ ਚਾਰਜ, ਨਾਲ ਇਹ ਹਾਈਡਰੋਜਨ ਹੈ। ਠੀਕ ਹੈ, ਇੱਕ ਲੋਨ ਪੇਅਰ ਨਾਲ ਰਹੇਗਾ, ਔਰ ਇਸ ਕਾਰਬਨ ਦੇ ਉੱਪਰ ਹੁਣ ਕੀ ਆ ਜਾਏਗਾ, ਨੈਗੇਟਿਵ ਚਾਰਜ। ਠੀਕ ਹੈ, तो ਅਗਲੀ ਬੱਚੇ ਰੈਜ਼ੋਨੇਟਿੰਗ ਸਟਰਕਚਰ ਕਿੱਦਾਂ ਆਏਗੀ, ਹੁਣ ਇਸ ਜਿਹੜੇ ਇਹ ਵਾਲੇ ਪਾਈ ਇਲੈਕਟ੍ਰੋਨਸ ਹੈਗੇ ਆ ਇਹਨਾਂ ਦੀ ਟੈਂਡੈਂਸੀ ਆ ਇਹ ਰਿੰਗ ਦੇ ਉੱਪਰ ਪੂਰੀ ਤਰ੍ਹਾਂ ਘੁੰਮ ਜਾਣਗੇ। ਠੀਕ ਹੈ, तो ਇਹ ਪਹਿਲਾਂ ਇਸ ਕਾਰਬਨ ਵੱਲ ਜਿਹੜਾ ਬੌਂਡ ਹੈਗਾ ਇੱਧਰ ਸ਼ਿਫਟਿੰਗ ਹੋਏਗੀ, ਆਹ ਵਾਲਾ ਬੌਂਡ ਜਿਹੜਾ ਇਸ ਕਾਰਬਨ ਵੱਲ ਮਤਲਬ ਜਿਹੜੀ ਸਾਹਮਣੇ ਵਾਲੀ ਪੈਰਾ ਕਾਰਬਨ ਹੈਗੀ ਆ ਉੱਥੇ ਜਾਏਗਾ। ਠੀਕ, ਜਦੋਂ ਇਸ ਤਰ੍ਹਾਂ ਇਹਦੀ ਮੂਵਮੈਂਟ ਹੋਈ ਤਾਂ ਉਸ ਤੋਂ ਬਾਅਦ ਇੱਥੇ ਕੀ ਹੈ, ਲੋਨ ਪੇਅਰ ਆ ਗਏ। ਠੀਕ, ਜਿਹੜੇ ਪਾਈ ਇਲੈਕਟ੍ਰੋਨ ਸੀਗੇ। ਠੀਕ, ਔਰ ਇਸ ਤਰ੍ਹਾਂ ਇੱਥੇ ਜਿਹੜਾ ਡਬਲ ਬੌਂਡ ਆ ਇਹ ਐਜ਼ ਇਟ ਇਜ਼ ਰਹੇਗਾ। ਓਕੇ, ਇਲੈਕਟ੍ਰੋਨ ਦੀ ਮੂਵਮੈਂਟ ਹੁਣ ਇਸ ਤਰ੍ਹਾਂ ਹੋਏਗੀ। ਠੀਕ ਹੈ, ਔਰ ਇਹ ਵਾਲੇ ਇਲੈਕਟ੍ਰੋਨ ਜਿਹੜੇ ਆ ਇਹ ਡਬਲ ਬੌਂਡ ਇੱਧਰ ਸ਼ਿਫਟ ਕਰ ਜਾਏਗਾ। ਠੀਕ ਹੈ, तो ਇਹ ਬੱਚੇ ਦੀਆਂ ਰੈਜ਼ੋਨੇਟਿੰਗ ਸਟਰਕਚਰ ਆ ਗਈਆਂ। ਠੀਕ, ਔਰ ਰੈਜ਼ੋਨੇਟਿੰਗ ਸਟਰਕਚਰ ਕਰਦਾ ਕੀ ਹੈ, ਰੈਜ਼ੋਨੇਟਿੰਗ ਸਟਰਕਚਰ ਬੇਸਿਕਲੀ ਕਿਸੇ ਵੀ ਰਿੰਗ ਦੇ ਉੱਪਰ ਜਦੋਂ ਘੁੰਮਦਾ ਹੈ ਉਹ ਰਿੰਗ ਨੂੰ ਫਿਰ ਸਟੇਬਿਲਿਟੀ ਦਿੰਦਾ। ਠੀਕ ਹੈ, ਸਟੇਬਿਲਿਟੀ ਦੇਣ ਦਾ ਮਤਲਬ ਕੀ ਹੈ, ਉਸ ਮੋਲੀਕਿਊਲ ਨੂੰ ਕੀ ਹੈ, ਸਟੇਬਲ ਕਰ ਦਿੰਦਾ। ਠੀਕ, तो पाई इलैक्ट्रॉन की मूवमेंट हो गई है। ठीक है, तो इस करके ਅਸੀਂ ਇਦਾਂ ਇੱਥੇ ਸ਼ੋ ਕਰ ਦਾਂਗੇ ਕਿ ਪਾਈ ਇਲੈਕਟ੍ਰੋਨਸ ਜਿਹੜੇ ਆ ਉਹ मूव कर गए। ठीक, तो ਇਹ ਦੀ ਰੈਜ਼ੋਨੇਟਿੰਗ ਹਾਈਬ੍ਰਿਡ ਸਟਰਕਚਰ ਵੀ ਹੋਗੀ, ਇਹ ਦੀ ਹਾਈਬ੍ਰਿਡ ਸਟਰਕਚਰ ਹੋਏਗੀ। ਓਕੇ ਜੀ, ठीक है, इस तरह बच्चे ਅਸੀਂ ਕੀ ਹੈ ਇੱਥੇ ਇਹਦੀਆਂ ਰੈਜ਼ੋਨੇਟਿੰਗ ਸਟਰਕਚਰ ਬਣਾਉਣੀਆਂ। ਹੁਣ ਸੈਕਿੰਡ ਟਾਈਪ ਦਾ ਜਿਹੜਾ ਰੈਜ਼ੋਨੈਂਸ ਇਫੈਕਟ ਹੁੰਦਾ ਉਹ ਹੁੰਦਾ ਨੈਗੇਟਿਵ ਰੈਜ਼ੋਨੈਂਸ ਇਫੈਕਟ, ਮਤਲਬ ਮਾਈਨਸ ਆਰ ਇਫੈਕਟ। ਔਰ ਮਾਈਨਸ ਆਰ ਇਫੈਕਟ ਉਦੋਂ ਆਣਾ ਹੈ ਜਦੋਂ ਸਬਸਟੀਟਿਊਐਂਟ ਦੀ ਟੈਂਡੈਂਸੀ ਹੈ, ਸਬਸਟੀਟਿਊਐਂਟ ਜਿਹੜਾ ਲੱਗਾ ਉਹਦੀ ਟੈਂਡੈਂਸੀ ਹੈ ਟੂ ਵਿਦਡਰਾ। ठीक है, टू withdraw the electron from the double bond or conjugated system towards itself। ओके, तो बच्चे ये किदां होएगा, ਹੁਣ ਇਹਦੇ ਲਈ ਪਹਿਲੀ ਤਾਂ ਗੱਲ ਇਹ ਯਾਦ ਰੱਖੋ ਕਿ ਕਿਹੜੇ-ਕਿਹੜੇ ਗਰੁੱਪ ਹੈਗੇ ਆ ਜਿਹੜੇ ਮਾਈਨਸ ਆਰ ਇਫੈਕਟ ਸ਼ੋ ਕਰਦੇ ਆ। ਇਹਦੇ ਵਿੱਚ ਬੱਚੇ ਕੀ ਆ ਜਾਂਦੇ, ਕਾਰਬੋਨਾਈਲ ਗਰੁੱਪ। ਠੀਕ ਹੈ, ਲਾਈਕ ਐਲਡੀਹਾਈਡ। ਠੀਕ ਹੈ, ਐਲਡੀਹਾਈਡ, ਇਦਾਂ ਹੀ ਬੱਚੇ ਸਾਇਨਾਈਡ ਗਰੁੱਪ, ਇਦਾਂ ਹੀ ਨਾਈਟਰੋ ਗਰੁੱਪ। ਓਕੇ, ਇਦਾਂ ਹੀ ਬੱਚੇ ਐਸਟਰ ਗਰੁੱਪ, COOR ਗਰੁੱਪ। ਇਹ ਸਾਰੇ ਗਰੁੱਪ ਜਿਹੜੇ ਆ ਇਹ ਕੀ ਆ, ਇਹ ਸ਼ੋ ਕਰਦੇ ਨੇ ਮਾਈਨਸ ਆਰ ਇਫੈਕਟ, ਮਾਈਨਸ ਆਰ ਇਫੈਕਟ। ਠੀਕ ਹੈ, ਇਹਨੂੰ ਸਮਝਣ ਲਈ ਅਸੀਂ ਕੀ ਆ, ਮੰਨ ਲਓ ਬੈਂਜ਼ੀਨ ਦੇ ਉੱਪਰ ਇਹੀ ਨਾਈਟਰੋ ਗਰੁੱਪ। ਠੀਕ ਹੈ, ਨਾਈਟਰੋ ਗਰੁੱਪ ਲਗਾ ਦਿੰਦੇ ਆ। ਹੁਣ ਨਾਈਟਰੋ ਗਰੁੱਪ ਦਾ ਮਤਲਬ ਕੀ ਹੁੰਦਾ ਹੈ, ਨਾਈਟਰੋ ਗਰੁੱਪ ਕਿਹੜਾ ਹੁੰਦਾ ਹੈ ਬੱਚੋ, ਨਾਈਟਰੋ ਗਰੁੱਪ ਹੁੰਦਾ ਹੈ NO2 ਗਰੁੱਪ। ਠੀਕ ਹੈ, ਔਰ NO2 ਗਰੁੱਪ ਕਿਸ ਤਰ੍ਹਾਂ ਇੱਥੇ ਲੱਗਾ ਹੁੰਦਾ, ਨਾਈਟ੍ਰੋਜਨ, ਇੱਥੇ ਕੀ ਹੈ, ਇੱਥੇ ਇਹ ਡਬਲ ਬੌਂਡ। ਠੀਕ ਹੈ, ਉਹ ਉਸ ਤੋਂ ਬਾਅਦ ਇੱਧਰ ਕੀ ਹੈਗਾ, ਨੈਗੇਟਿਵ ਆਕਸੀਜਨ।
ठीक है नैगेटिवली चार्ज ऑक्सीजन जी इस तरह लगी होएगी ठीक है और इस नाइट्रोजन के उपर इत्थे की है पॉजिटिव चार्ज होंदा क्योंकि इत्थे 4 बॉन्ड जिहड़े आ वो बन चुके हैं ठीक हुण हुंदा की है बीइंग मोर इलैक्ट्रोनैगेटिव ये ऑक्सीजन ने की आ ये पाई इलैक्ट्रॉन नूं अपनी तरफ खिंचना है ठीक है जदों ये अपनी तरफ खिंचेगा तो ਇਹਦਾ मतलब देखो ਹੁਣ सबस्टिट्यूट की करता पिया इलैक्ट्रॉन ਨੂੰ विदड्रॉ करता पिया कित्थों आ डबल बॉन्ड ਦੇ इलैक्ट्रॉन ਨੂੰ ਇਹ डबल बॉन्ड ਦੇ इलैक्ट्रॉन इधर आ गए पाई इलैक्ट्रॉन ਜਦੋਂ ਇਹਨੂੰ ਆਪਣੀ ਤਰਫ विदड्रॉ करता ਪਹਿਲੀ ਤਾਂ ਗੱਲ ਇਹ ਪਲੱਸ ਆਰ ਇਫੈਕਟ ਹੋ ਗਿਆ ਤੇ ਇਹਦੀਆਂ ਰੈਜ਼ੋਨੇਟਿੰਗ ਸਟਰਕਚਰ ਹੁਣ ਬਣਨੀਆਂ ਕਿਦਾਂ ਇਹ ਬੌਂਡ ਇੱਥੇ ਸ਼ਿਫਟ ਕਰ ਗਿਆ ਠੀਕ ਹੈ ਨਾਈਟ੍ਰੋਜਨ ਤੇ ਅਗੇਨ ਇਹ ਪੋਜ਼ਿਟਿਵ ਚਾਰਜ ਰਹਿਣਾ ਹੀ ਹੈ ਕਿਉਂਕਿ ਇੱਕ ਬੌਂਡ ਆਕਸੀਜਨ ਵਾਲੇ ਚਲਾ ਗਿਆ ਤੇ ਇੱਕ ਬੌਂਡ ਜਿਹੜਾ ਆ ਉਹ ਕਿੱਥੋਂ ਆ ਰਿਹਾ ਦੇਖੋ ਉਹ ਆ ਰਿਹਾ ਹੈ ਰਿੰਗ ਦੇ ਵਿੱਚੋਂ ਠੀਕ ਹੈ ਤੇ ਆਹ ਬੌਂਡ ਜਿਹੜਾ ਇਦਾਂ ਹੀ ਵਿੱਚੋਂ ਇੱਥੇ ਰਹੇਗਾ ठीक है तो इत्थे डबल बॉन्ड आ गया इट मीनस ये डबल बॉन्ड करके इस कार्बन के उपर हुण की है पॉजिटिव चार्ज अपीयर होएगा ठीक है तो जो पॉजिटिव चार्ज अपीयर होएगा हुण इहदियां रेजोनेटिंग स्ट्रक्चर इस तरह बननी है ठीक है क्योंकि आ पाई इलैक्ट्रॉन है इहदी मूवमेंट होनी बाकी आ सारा ग्रुप जिहड़ा एज इट इज असीं जिद्दां रखिआ इदां ही इत्थे लिखना है ठीक है इस तरह ही इत्थे की है ਇਹਨੂੰ ਲਿਖਾਂਗੇ ਓਕੇ तो आ बॉन्ड इधर शिफ्ट कर गया ਇੱਥੇ ਆ ਗਿਆ ਪੋਜ਼ਿਟਿਵ ਚਾਰਜ ਇਦਾਂ ਹੀ ਬੱਚੇ ਇਹਦੀ ਮੂਵਮੈਂਟ ਜਿਹੜੀ ਆ ਉਹ ਚੱਲੀ ਜਾਣੀ ਠੀਕ ਹੈ तो ਇਸ ਟਾਈਪ ਦੇ ਇਫੈਕਟ ਨੂੰ ਅਸੀਂ ਕਹਿੰਦੇ ਆ ਮਾਈਨਸ ਆਰ ਇਫੈਕਟ ਜਿਹਦੇ ਵਿੱਚ ਜਿਹੜਾ ਸਬਸਟੀਟਿਊਟ ਲੱਗਾ ਹੈ ਉਨਕੇ ਇਲੈਕਟ੍ਰੋਨ ਨੂੰ ਕੀ ਕੀਤਾ ਆਪਣੀ ਤਰਫ ਵਿਡਰਾਅ ਕਰਤਾ ਮਤਲਬ ਇਹ ਸਾਰੇ ਇਲੈਕਟ੍ਰੋਨ ਵਿਡਰਾਇੰਗ ਗਰੁੱਪ ਹੋ ਗਏ ਠੀਕ ਹੈ ਕਾਰਬੋਨਾਈਲ ਗਰੁੱਪ ਦੇ ਵਿੱਚ ਐਲਡੀਹਾਈਡ ਆ ਗਿਆ ਸਾਇਨਾਈਡ ਆ ਗਿਆ ਨਾਈਟ੍ਰੋ ਗਰੁੱਪ ਆ ਗਿਆ ਐਸਟਰ ਗਰੁੱਪ ਆ ਗਿਆ ਇਹ ਸਾਰੇ ਕੀ ਆ ਇਲੈਕਟ੍ਰੋਨ ਇਹਨਾਂ ਨੂੰ ਅਸੀਂ ਕੀ ਕਹਾਂਗੇ ਇਲੈਕਟ੍ਰੋਨ withdrawing groups ਠੀਕ ਹੈ ਇਲੈਕਟ੍ਰੋਨ withdrawing groups ਤੇ ਇਹਦੇ ਆਪੋਜ਼ਿਟ ਇੱਥੇ ਕੀ ਸੀਗਾ ਇੱਥੇ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਸੀਗੇ ਠੀਕ ਹੈ ਕਿਹੜੇ ਕਿਹੜੇ OH ਗਰੁੱਪ ਉਸ ਤੋਂ ਬਾਅਦ OR ਗਰੁੱਪ ਅਮਾਈਨ ਗਰੁੱਪ ਠੀਕ ਹੈ ਅਮਾਈਨ ਗਰੁੱਪ ਹੋ ਗਏ ਤੇ ਹੈਲੋਜਨਸ ਠੀਕ ਹੈ तो मतलब इलेक्ट्रॉन डोनेटिंग ग्रुप और वी कैन से इलेक्ट्रॉन रिलीजिंग ग्रुप ठीक है इतने वर्ड आप यूज करते हैं इलेक्ट्रॉन रिलीजिंग ग्रुप्स ठीक है इलेक्ट्रॉन रिलीजिंग ग्रुप्स सो बच्चे ये सीगा रेजोनेंस इफेक्ट बारे ठीक है रेजोनेंस इफेक्ट हुण सारा तुहाडा हो गया ते इस तो बाद अगला जिहड़ा टॉपिक हैगा वो है हाइपर कंजुगेशन इफेक्ट वो असीं बच्चे हुण अगली वीडियो दे विच करांगे ठीक है सो थैंक यू सो मच।